फोन कर सकते हैं मतलब मैं तो नहीं जाना यार साह बड़ी गए थे साडा तो भी लाके मुंडा कोई किसी को दादू को जिस कह जो तुम लाओ ना मत तो तुम कह दो जी साढ़े को हर प्रकार दी वधिया फैंसी लेसा पहला नहीं हाल देखा सारा बड़ा माड़ा हाल बड़ा मंदा हाल मगर ਇਹਦਾ ਪਹਿਲਾਂ मेरा नाम ਸਾਹਿਬ ਸਿੰਘ है पिंड होतीपुर है। ਤੇ ਪਿੰਡ ਦਾ ਕੀ ਹਾਲਾਤ ਨੇ? ਪਿੰਡ ਦੇ ਹਾਲਾਤ ਜੀ ਇਦੋਂ 10-15 ਸਾਲ ਤਾਂ ਬਹੁਤ ਮਾੜੇ ਹਾਲਾਤ ਸਨ ਕਿਉਂਕਿ ਉਹੋ ਜਿਹੇ ਸਰਪੰਚ ਸਨ। ਪਹਿਲਾਂ ਗ੍ਰਾਂਟਾਂ ਵੀ ਬਹੁਤ ਆਈਆਂ ਸੀ ਪਰ ਉਹ ਗ੍ਰਾਂਟਾਂ ਵੀ ਸਹੀ ਤਰੀਕੇ ਨਾਲ ਯੂਜ਼ ਨਹੀਂ ਹੋਈਆਂ ਅਤੇ ਹੁਣ ਇਸ ਟਾਈਮ ਤਾਂ ਹਿਸਾਬ ਲਓ ਸਾਡੇ ਸਰਪੰਚ ਸਾਹਿਬ ਨੂੰ ਗ੍ਰਾਂਟ ਵੀ ਨਹੀਂ ਮਿਲ ਰਹੀ ਇੰਨੀ ਅਤੇ ਫਿਰ ਵੀ ਇੰਨਾ ਪਿੰਡ ਦਾ ਵਿਕਾਸ ਇੱਕ ਬਿਨਾਂ ਪੈਸੇ ਤੋਂ ਇੱਕ ਚੰਬੇ ਵਾਲੀ ਬਾਤ ਹੈ ਵੀ ਬਹੁਤ ਵੱਡੀ ਗੱਲ ਹੈ ਜਿਹੜੀ ਇੱਕ ਬਿਨਾਂ ਪੈਸੇ ਤੋਂ ਕੰਮ ਮਤਲਬ ਹੋਣਾ। ਇੱਥੇ ਹਿਸਾਬ ਲਾ ਲਓ ਤੁਸੀਂ ਵੀ ਕਿੱਥੇ ਤੁਸੀਂ ਵੇਖਿਆ ਹੋਣਾ ਜਾ ਕੇ ਉੱਥੇ ਸ਼ਮਸ਼ਾਨ ਘਾਟ ਲਾ ਲਓ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਜੋ ਕਿ ਹੈ ਜਿਹੜਾ ਸੀਵਰੇਜ ਬਣਾਇਆ ਬਹੁਤ ਵਧੀਆ ਚੀਜ਼ ਜਿਹੜਾ ਅੱਜ ਤੱਕ ਸਾਨੂੰ ਇਹ ਉਮੀਦ ਹੀ ਨਹੀਂ ਸੀ ਵੀ ਆਹ ਵੀ ਚੀਜ਼ ਬਣੇਗੀ ਸਾਡੇ। ਹੁਣ ਅਸੀਂ ਮਤਲਬ ਜਿਵੇਂ ਇੱਕ ਉੱਤੇ ਨਾਲੀ ਦੇ ਉੱਤੇ ਬਹਿ ਕੇ ਵੀ ਮਤਲਬ ਜਿਵੇਂ ਨਾ ਬਹਿ ਕੇ ਆਰਾਮ ਨਾਲ ਰੋਟੀ ਵੀ ਖਾ ਸਕਦੇ ਹਾਂ। ਐਸੀ ਗੱਲ ਨਹੀਂ ਕਿ ਕੋਈ ਸਾਨੂੰ ਮੁਸ਼ਕ ਆਵੇ ਜਾਂ ਕੁਛ
ਕਿਉਂਕਿ ਉੱਤੇ ਢੱਕੀਆਂ ਜਾਣਗੀਆਂ, ਹੌਲੀ ਹੌਲੀ ਸਾਰਾ ਕੁਝ ਸਹੀ ਹੋਏਗਾ। ਤੁਹਾਨੂੰ ਪਿੰਡ ਕਿਵੇਂ ਦਾ ਲੱਗਦਾ ਹੈ? ਸਾਨੂੰ ਤਾਂ ਪਿੰਡ ਜੀ ਐਂ ਲੱਗਦਾ ਜਿਵੇਂ ਸਾਡਾ ਚੰਡੀਗੜ੍ਹ ਤੋਂ ਨਾਲੋਂ ਜ਼ਿਆਦਾ ਵਧੀਆ ਹੋਵੇ। ਇਹਨਾਂ ਦਾ ਵਿਕਾਸ ਵੀ ਨਹੀਂ ਅਸੀਂ ਸਮਝਦੇ ਜਿੰਨਾ ਸਾਡੇ ਪਿੰਡ ਦਾ। ਰਾਤ ਨੂੰ ਜਦੋਂ ਗਲੀਆਂ ਦੇ ਵਿੱਚ ਲਾਈਟਾਂ ਲੱਗਦੀਆਂ ਨੇ, ਦਿਲ ਕਰਦਾ ਹੈ ਘੁੰਮਣ ਫਿਰਨ ਨੂੰ, ਬਈ ਇੱਥੋਂ ਦਾ ਕੀੜੀ ਚੱਲਦੀ ਵੀ ਮਤਲਬ ਨਜ਼ਰ ਆਉਂਦੀ ਹੈ, ਵੀ ਕੀੜੀ ਵੀ ਚੱਲਦੀ ਹੈ, ਪਤਾ ਲੱਗਦਾ ਵੀ ਸੱਪ ਸਲੂੰਗੇ ਦਾ ਤਾਂ ਦੂਰ ਦੀਆਂ ਗੱਲਾਂ ਨੇ। ਹਾਂ, ਕੈਮਰੇ ਲੱਗੇ ਨੇ, ਬਹੁਤ ਵਧੀਆ ਹੈ। ਅਤੇ ਸਾਨੂੰ ਤਾਂ ਇਹੋ ਜਿਹੇ ਸਰਪੰਚ, ਮੈਂ ਕਹਿੰਦਾ ਵੀ ਮੇਰੀ ਆਪਣੀ ਸੋਚ ਹੈ ਵੀ ਜੇ ਕਿਤੇ ਸਮਾਂ ਆਵੇ ਅਤੇ ਸਾਨੂੰ ਇਹਨਾਂ ਨੂੰ ਦੁਬਾਰੇ ਫਿਰ 5 ਸਾਲ ਦੇਣੇ ਚਾਹੀਦੇ ਨੇ, ਕਿਉਂਕਿ ਪਿੰਡ ਦਾ ਵੱਧ ਤੋਂ ਵੱਧ ਹੋਰ ਵਿਕਾਸ ਹੋ ਸਕੇ। ਜਿਹੜੇ ਬਾਕੀ ਰਹਿੰਦੇ ਕੰਮ ਨੇ ਉਹ ਵੀ ਹੋ ਜਾਣ। ਹਾਂ। ਨਾਮ ਕੀ ਹੈ? ਪਰਮਜੀਤ ਕੌਰ। ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਹੁਣ ਇਸ ਟਾਈਮ? ਸਾਡੇ ਪਿੰਡ ਦੇ ਬਹੁਤ ਹਾਲਾਤ ਵਧੀਆ ਨੇ। ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਸਾਡਾ। ਪਹਿਲਾਂ ਨਹੀਂ ਹੋਇਆ 15 ਸਾਲ, ਹੁਣ ਵਧੀਆ ਹੋਇਆ। ਪਹਿਲਾਂ ਕੀ ਕੁਛ ਸੀਗਾ, ਹੁਣ ਕੀ ਹੈ? ਹੁਣ ਤਾਂ ਜਿਹੜਾ ਹੈਗਾ ਤੁਹਾਨੂੰ ਦਿਸਦਾ ਹੀ ਪਿਆ ਵੀ ਬਹੁਤ ਕੁਝ ਬਣਾ ਦਿੱਤਾ ਸਰਪੰਚ ਨੇ। ਪਹਿਲਾਂ ਨਹੀਂ ਕੁਝ ਵੀ ਬਣਿਆ ਸਾਡਾ। 15 ਸਾਲ ਪਹਿਲਾਂ ਕੁਝ ਨਹੀਂ ਸਰਪੰਚ ਨੇ ਕਿਸੇ ਵੀ ਕੁਝ, ਨਾ ਹੀ ਸਾਡੀ ਕੋਈ ਸਹੂਲਤ ਕੀਤੀ। ਅਸੀਂ ਗਰੀਬ ਹਾਂ ਤੇ ਸਾਡੀ ਵੀ ਨਹੀਂ ਕੁਝ ਕੀਤਾ। ਤੇ ਸਾਡਾ ਸਰਪੰਚ ਹੁਣ ਸਾਡੇ ਵਾਸਤੇ ਵੀ ਬਹੁਤ ਕੁਝ ਸੋਚਦਾ ਪਿਆ, ਬਹੁਤ ਕੁਝ ਕਰਦਾ ਪਿਆ। ਹਾਂ, ਬਹੁਤ ਵਧੀਆ ਸਰਪੰਚ ਨੇ ਬਣਾਇਆ ਹੈ। ਤੁਸੀਂ ਪੰਚਾਇਤ ਘਰ ਵੇਖ ਲਓ, ਸਿਵੇ ਵੇਖ ਲਓ, ਜਿਵੇਂ ਮਰਜ਼ੀ ਹੈ, ਸਾਰਾ ਕੁਝ ਵਧੀਆ ਬਣਾਤਾ ਨੇ ਪਿੰਡ ਦਾ। ਇਹਨਾਂ ਨੇ ਅੰਦਰ ਗਰਾਊਂਡ ਕਰਤੀਆਂ, ਸਾਰਾ ਪਾਣੀ ਅੰਦਰ ਗਰਾਊਂਡ ਹੋ ਗਿਆ ਹੈ। ਸਾਡੇ ਬਹੁਤ ਗੰਦ ਪਹਿਲਾਂ ਹੈਗਾ ਸੀ, ਸਾਡੀਆਂ ਤਾਂ ਕਦੀ ਗਲੀਆਂ ਬਣੀਆਂ ਹੀ ਨਹੀਂ ਸੀ ਪਹਿਲਾਂ, ਤੇ ਹੁਣ ਗੰਦ ਪਿਆ ਰਹਿੰਦਾ ਸੀ। ਲੱਗ ਗਈ ਹੈ, ਇੱਧਰ ਵੀ ਬਣ ਗਿਆ ਸਾਰਾ ਕੁਝ ਵਧੀਆ। ਮੈਂਬਰ ਵੀ ਵਧੀਆ ਨਾਲ ਸਪੋਰਟ ਕਰਦੇ ਨੇ। ਲਾਈਟਾਂ ਲੂਟਾਂ ਕਿਵੇਂ ਲੱਗੀਆਂ? ਹਾਂਜੀ, ਲਾਈਟਾਂ ਵੀ ਵਧੀਆ, ਕੈਮਰੇ ਲੱਗੇ ਨੇ। ਹੁਣ ਤੇ ਬਹੁਤ ਕੁਝ ਬਣਾਤਾ ਸਰਪੰਚ ਨੇ। ਹਾਂਜੀ। ਇਲੈਕਸ਼ਨ ਕਿਵੇਂ ਲੜੀ, ਤੁਹਾਡਾ ਕਿਵੇਂ ਸ਼ੌਂਕ ਜਾਗਿਆ? ਇਹ ਜੀ ਇਲੈਕਸ਼ਨ ਲੜਨ ਬਾਰੇ ਕਦੀ ਸੋਚਿਆ ਨਹੀਂ ਸੀਗਾ, ਪਰ ਮੈਂ 2007 ਤੋਂ ਲੈ ਕੇ 2014 ਤੱਕ ਬਾਹਰ ਆਸਟ੍ਰੇਲੀਆ ਸੀਗਾ। ਕੁਝ ਕਾਗਜ਼ੀ ਪੱਤਰੀ ਸਮੱਸਿਆ ਕਰਕੇ ਮੈਨੂੰ ਇੱਧਰ ਆਉਣਾ ਪਿਆ ਅਤੇ ਮੈਂ ਇੱਥੇ ਸੀਗਾ। ਪਰ ਪੰਚਾਇਤ ਵਾਲੇ ਪਾਸੇ ਆਉਣ ਦਾ ਜਿਹੜਾ ਸ਼ੌਂਕ ਸੀਗਾ, ਉਹ ਮੇਰੇ ਫਾਦਰ ਸਾਹਿਬ ਨੇ ਮੈਨੂੰ ਜਗਾਇਆ, ਕਿਉਂਕਿ ਉਹ ਪਹਿਲਾਂ 10-15 ਸਾਲ ਭਲੇ ਸਮਿਆਂ ਦੇ ਵਿੱਚ ਇਸ ਪਿੰਡ ਦੇ ਸਰਪੰਚ ਸੀਗੇ ਅਤੇ ਉਹ ਚਾਹੁੰਦੇ ਸੀਗੇ ਵੀ ਆਪਾਂ ਕੁਛ ਇਸ ਤਰ੍ਹਾਂ ਦਾ ਕਰੀਏ ਵੀ ਜਿਹੜਾ ਲੋਕ ਜਿਹਨੂੰ ਯਾਦ ਕਰਨ ਜਾਂ ਇੱਕ ਐਗਜ਼ਾਮਪਲ ਬਣਾ ਕੇ ਆਪਾਂ ਸੈੱਟ ਕਰੀਏ। ਸੋ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਇਸ ਪਿੰਡ ਦਾ ਇਹ ਕੰਮ ਕਰਨਾ ਹੈ, ਵੀ ਜੇਕਰ ਤੂੰ ਬਾਹਰ ਨਾ ਜਾਵੇਂ ਹੈ ਨਾ, ਤਾਂ ਆਪਾਂ ਹੀ ਕਰ ਸਕਦੇ ਹਾਂ। ਸੋ ਉਹਨਾਂ ਦੇ ਜਿਹੜੇ ਸੁਪਨੇ ਸੀਗੇ ਉਹ ਸੀ। ਫਿਰ 2017 ਦੇ ਵਿੱਚ ਇਹਨਾਂ ਜਿਹੜੇ ਆ ਪਹਿਲਾਂ ਹਾਲਾਤ ਕਿਹੋ ਜਿਹੇ ਸੀਗੇ? ਜਦੋਂ ਮੈਂ ਸਰ ਬਾਹਰੋਂ ਆਇਆ ਹੈ ਨਾ, ਇੱਥੇ ਮਤਲਬ ਜੋ ਮੈਂ ਆ ਕੇ ਇਹਨੂੰ ਵਾਚ ਕੀਤਾ ਪਿੰਡ ਨੂੰ, ਮਤਲਬ ਇੱਕ ਦੂਜੇ ਨੂੰ ਮੂੰਹ 'ਤੇ ਮਾੜਾ ਨਹੀਂ ਕਹਿਣਾ ਹੈ ਨਾ ਬਸ, ਅਤੇ ਕੰਡ ਪਿੱਛੇ ਉਹਦੀ ਬੁਰਾਈ ਜਾਂ ਹੋਰ ਤਰ੍ਹਾਂ ਦੀ ਜਿਹੜੀ ਰਾਜਨੀਤੀ ਪਿੰਡਾਂ ਦੇ ਵਿੱਚ ਹੁੰਦੀ ਹੈ ਨਾ, ਚੰਗੇ ਨੂੰ ਚੰਗਾ ਨਹੀਂ ਕਹਿਣਾ, ਮਾੜੇ ਨੂੰ ਮਾੜਾ ਨਹੀਂ ਕਹਿਣਾ। ਚਾਹੇ ਇੱਥੇ ਕੋਈ ਖਾ ਗਿਆ, ਚਾਹੇ ਕੋਈ ਜੋ ਵੀ ਕਰ ਗਿਆ। ਸੋ ਉਹ ਚੀਜ਼ ਦੇਖ ਕੇ ਬੜਾ ਮਨ ਦੁਖਿਆ, ਕਿਉਂਕਿ 2017 ਦਾ ਸਮਾਂ ਸੀਗਾ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਔਰ ਢੀਂਡਸਾ ਸਾਹਿਬ ਨੇ ਇੱਥੇ ਪੈਸੇ ਦਿੱਤੇ ਹੈ ਨਾ। ਜੋ ਮੈਂ ਆਪਣੇ ਵੇਖਣ ਦੀ ਗੱਲ ਕਰਦਾ, ਉਹਨਾਂ ਨੇ ਪਿੰਡਾਂ ਦੇ ਵਿਕਾਸ ਲਈ ਖਾਸ ਕਰਕੇ ਲਹਿਰਾਂ ਵਾਸਤੇ ਬਹੁਤ ਪੈਸਾ ਦਿੱਤਾ ਉਹਨਾਂ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂਗਾ, ਚਾਹੇ ਕਿ ਮੈਂ ਉਸ ਪਾਰਟੀ ਨਾਲ ਬਿਲੋਂਗ ਨਹੀਂ ਕਰਦਾ। ਪਰ ਜਦੋਂ ਉਹਨਾਂ ਦੇ ਦੇਣ ਦੇ ਬਾਵਜੂਦ ਵੀ ਪਿੰਡਾਂ ਦਾ ਜਿਹੜਾ ਗ੍ਰਾਫ ਸੀਗਾ ਉੱਥੇ ਦੀ ਉੱਥੇ ਹੀ ਮਤਲਬ ਉਹ ਤੋਂ ਵੀ ਡਿੱਗਿਆ, ਤਾਂ ਉਸ ਚੀਜ਼ ਨੂੰ ਮਤਲਬ ਉਹਦੇ ਨਾਲ ਇੱਕ ਸੱਟ ਵੱਜਦੀ ਹੈ ਵੀ ਸਰਕਾਰ ਦਾ ਕੰਮ ਪੈਸਾ ਦੇਣਾ ਹੁੰਦਾ, ਅੱਗੇ ਲਾਉਣਾ ਜਾਂ ਨਾ ਲਾਉਣਾ ਉਹ ਸਾਡਾ ਪਿੰਡ ਦਾ ਜਾਂ ਪੰਚਾਇਤ ਦਾ ਫਰਜ਼ ਬਣਦਾ। ਸੋ ਫਿਰ ਟਰਾਈ ਕੀਤਾ ਵੀ ਕਿਉਂ ਨਾ ਆਪਾਂ ਇਹਨੂੰ ਕਰਕੇ ਦਿਖਾਈਏ, ਇੱਕ ਐਗਜ਼ਾਮਪਲ ਸੈੱਟ ਕਰੀਏ ਕਿ ਕੰਮ ਹੁੰਦੇ ਆ। ਸੋ ਉਹਦੇ ਕਰਕੇ ਹੀ ਪੰਚਾਇਤ ਦੇ ਵਿੱਚ ਆਉਣ ਦੀ ਮੈਂ ਸੋਚੀ। ਮੇਰੇ ਫਾਦਰ ਸਾਹਿਬ ਦਾ ਵੀ ਇਹੀ ਸੁਪਨਾ ਸੀਗਾ ਅਤੇ 2019 ਤੋਂ ਲੈ ਕੇ ਅਸੀਂ ਹੁਣ ਤੱਕ ਲੱਗੇ ਹੋਏ ਹਾਂ। ਮੇਰੇ ਨਾਲ ਮੇਰੇ 5 ਪੰਚਾਇਤ ਮੈਂਬਰ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਮੈਂ ਉਹਨਾਂ ਨੂੰ ਇਹ ਵਧਾਈ ਦੇਣੀ ਚਾਹੁੰਦਾ ਕਿ ਉਹ 4 ਨੇ ਜਿਹੜੇ ਉਹ ਸਹਿਮਤੀ ਨਾਲ ਬਣੇ ਹੋਏ ਆ। ਸੋ ਇੱਕ ਮੈਂ ਵੀ ਇਲੈਕਟਡ ਹਾਂ ਔਰ ਮੇਰਾ ਇੱਕ ਮੈਂਬਰ ਸੀਗਾ ਇੱਕ ਵਾਰਡ ਦਾ, 3 ਨੰਬਰ ਦਾ ਉਹ ਇਲੈਕਟਡ ਸੀਗਾ। ਸੋ ਉਸ ਤੋਂ ਬਾਅਦ ਅਸੀਂ ਲਗਾਤਾਰ ਜਿਹੜੇ ਵਿਕਾਸ ਦੇ ਕੰਮ ਨੇ ਬਿਨਾਂ ਕਿਸੇ ਵਿਤਕਰੇ ਤੋਂ, ਬਿਨਾਂ ਕਿਸੇ ਭੇਦਭਾਵ ਤੋਂ ਕਰ ਰਹੇ ਹਾਂ। ਤੁਹਾਡੇ ਪਿੰਡ ਦੀ ਕਿੰਨੀਆਂ ਵੋਟਾਂ ਨੇ? ਸਾਡੇ ਪਿੰਡ ਦੀ ਹੁਣ ਜਿਹੜੀ ਵੋਟ ਹੈ ਉਹ ਤਕਰੀਬਨ 900 ਕ੍ਰਾਸ ਕਰ ਚੁੱਕੀ ਹੈ। ਟੋਟਲ ਜਿਹੜੀ ਪਾਪੂਲੇਸ਼ਨ ਹੈਗੀ ਆ ਉਹ 13.5-1400 ਹੈ। ਅਤੇ ਤੁਹਾਡੇ ਪਿੰਡ ਦੀ ਜ਼ਮੀਨ ਕਿੰਨੀ ਕੁ ਹੈ? ਸਾਡੇ ਕੋਲ ਜੀ ਸ਼ਾਮਲਾਟ ਜਿਹੜੀ ਜ਼ਮੀਨ ਆ ਉਹ ਬਹੁਤ ਥੋੜ੍ਹੀ ਹੈ। ਮਤਲਬ ਜਿਵੇਂ ਆਪਾਂ ਪਿੰਡ ਦੇ ਕਿਸੇ ਵਿਕਾਸ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਉਹ ਜਸਟ 16-17 ਕਿੱਲੇ ਆ। ਤਾਂ ਉਹ ਪਹਿਲਾਂ ਬਹੁਤ ਘੱਟ ਰੇਟਾਂ ਦੇ ਵਿੱਚ ਚੜ੍ਹਦੀ ਹੁੰਦੀ ਸੀਗੀ। ਫਿਰ ਅਸੀਂ ਜਦੋਂ ਗੱਲ ਕੀਤੀ ਜਿਹੜੇ ਉਹਨੂੰ ਲੈਂਦੇ ਸੀਗੇ, ਕਿਉਂਕਿ ਉਹਦੇ ਵਿੱਚ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਕਨੈਕਸ਼ਨ ਆਏ ਸੀਗੇ, ਪਰ ਜਿਹੜੇ ਪਿੰਡ ਦੇ ਮਤਲਬ ਅੱਗੇ ਲੱਗੇ ਹੋਏ ਸੀਗੇ, ਮੈਂ ਨਾਮ ਨਹੀਂ ਲੈਣਾ ਚਾਹੂੰਗਾ, ਉਹਨਾਂ ਨੇ ਉਹ ਕਨੈਕਸ਼ਨ ਵਾਪਸ ਕਰ ਦਿੱਤੇ, ਕਿਉਂਕਿ ਉਹ ਜ਼ਮੀਨ ਉਹਨਾਂ ਦੇ ਨਾਲ ਲੱਗਦੀ ਸੀ। ਉਹਨਾਂ ਦਾ ਕੋਈ ਟਾਰਗੇਟ ਸੀਗਾ ਕਿ ਜੇ ਇੱਥੇ ਕਨੈਕਸ਼ਨ ਲੱਗ ਗਿਆ ਤਾਂ ਕੋਈ ਹੋਰ ਵੀ ਆਊਗਾ। ਪਰ ਜਦੋਂ ਅਸੀਂ ਆਏ ਹਾਂ ਫਿਰ ਅਸੀਂ ਉਸ ਚੀਜ਼ ਨੂੰ ਦੂਰ ਕੀਤਾ। ਅਸੀਂ ਹੋਰਾਂ ਨੂੰ ਕਿਹਾ ਵੀ
ਅਸੀਂ ਇੱਥੇ ਕਨੈਕਸ਼ਨ ਲਵਾ ਕੇ ਦੇਵਾਂਗੇ, ਤੁਸੀਂ ਇਹਦਾ ਰੇਟ ਹੈ ਜਿਹੜਾ ਉਹ ਅਪ ਕਰੋ। ਸੋ ਉਹਨਾਂ ਨੇ ਵੀ ਸਾਡੀ ਮੰਨੀ ਹੈ ਨਾ, ਪਰ ਸਾਨੂੰ ਸਰਕਾਰ ਵੱਲੋਂ ਅਜੇ ਤੱਕ ਉੱਥੇ ਕਨੈਕਸ਼ਨ ਮਿਲਿਆ ਨਹੀਂਗਾ। ਇਹ ਸਾਡਾ ਮੰਦ ਜਿਹੜੀ ਸਾਡੇ ਵਾਸਤੇ ਚੰਗੀ ਨਹੀਂ ਗੀ ਹੈ ਨਾ, ਕਿਉਂਕਿ ਉਹਨਾਂ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ। ਅੱਜ ਉਹ ਜ਼ਮੀਨ ਹੈ ਜਿਹੜੀ ਉਹ ਘੱਟੋ ਘੱਟ 45-50 ਹਜ਼ਾਰ ਨੂੰ ਚੜ੍ਹਦੀ ਹੈ ਬਰਾਨੀ ਵੀ। ਸੋ ਉਹ ਜਿੰਨਾ ਕੁ ਪੈਸਾ ਸਾਨੂੰ ਉਹ ਤੋਂ ਹੁੰਦਾ ਉਹਦੇ ਵਿੱਚੋਂ ਵੀ ਅਗਲੀ ਗੱਲ ਮਾੜੀ ਕੀ ਹੈ ਵੀ 30% ਪੈਸਾ ਜਿਹੜਾ ਉਹ ਸੈਕਟਰੀ ਵੇਜਸ ਦੇ ਵਿੱਚ ਚਲਾ ਜਾਂਦਾ। ਸੋ ਮੈਂ ਕਹਿੰਦਾ ਵੀ ਇਹ ਇਕੱਲੇ ਪੰਜਾਬ 'ਚ ਹੀ ਲੱਗਦਾ ਵੀ ਇਹ ਜਿਹੜੀ ਚੀਜ਼ ਹੋ ਰਹੀ ਹੈ। ਜੇਕਰ ਸਰਕਾਰ ਨੇ ਕੋਈ ਮੁਲਾਜ਼ਮ ਰੱਖਿਆ ਤੇ ਸਰਕਾਰ ਉਹਨੂੰ ਪੇ ਦੇਵੇ। ਜੇ ਪਿੰਡ ਦਾ ਪੈਸਾ ਹੀ ਉਹਨੂੰ ਪੇ ਦੇਵੇਗਾ ਤੇ ਉਹ ਮੁਲਾਜ਼ਮ ਪਿੰਡ ਦੇ ਵਿੱਚ ਬਹਿਣੇ ਚਾਹੀਦੇ, ਨਾ ਕਿ ਕਿਤੇ ਹੋਰ ਬਹਿਣੇ ਚਾਹੀਦੇ ਆ। ਤੇ ਉਹਨਾਂ ਨੂੰ ਕੰਮ ਵੀ ਮੇਰੇ ਹਿਸਾਬ ਨਾਲ ਪਿੰਡ ਦੇ ਮੁਤਾਬਿਕ ਕਰਨਾ ਚਾਹੀਦਾ, ਨਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਰਨਾ ਚਾਹੀਦਾ। ਜੇਕਰ ਮੈਂ ਬੰਦਾ ਰੱਖਦਾ ਤਾਂ ਉਹ ਕੰਮ ਵੀ ਮੇਰੇ ਹਿਸਾਬ ਨਾਲ ਕਰੂਗਾ, ਜਾਂ ਮੈਨੂੰ ਕੋਈ ਰੱਖੂਗਾ ਤਾਂ ਉਹ ਚਾਹੂਗਾ ਕਿ ਮੇਰਾ ਇੰਪਲਾਈ ਮੇਰੇ ਹਿਸਾਬ ਨਾਲ ਕੰਮ ਕਰੇ। ਪਰ ਵੇਖੋ ਕਿੰਨਾ ਪੁੱਠਾ ਸਿਸਟਮ ਹੈ, ਪੇ ਕੋਈ ਕਰਦਾ ਕੰਮ ਕੋਈ ਲੈਂਦਾ। ਸੋ ਇਹ ਚੀਜ਼ ਮੈਨੂੰ ਨਹੀਂ ਸਹੀ ਲੱਗੀ ਹੈ ਨਾ। ਜਾਂ ਇਹਨੂੰ ਬੰਦ ਕਰ ਦੇਣਾ ਚਾਹੀਦਾ, ਸੈਕਟਰੀ ਵੇਜਸ ਨਹੀਂ ਹੋਣਾ ਚਾਹੀਦਾ। ਸਰਕਾਰ ਉਹਨਾਂ ਨੂੰ ਰੱਖੇ, ਆਪਣੇ ਬਿਹਾਫ ਤੇ ਉਹਨਾਂ ਨੂੰ ਕਰੇ, ਔਰ ਪਿੰਡ ਦਾ ਪੈਸਾ ਪਿੰਡ ਦੀ ਡਿਵੈਲਪਮੈਂਟ ਤੇ ਹੀ ਲੱਗਣਾ ਚਾਹੀਦਾ। ਹੁਣ ਤੱਕ ਤੁਸੀਂ ਵਿਕਾਸ ਕਿੰਨਾ ਕਰਾ ਚੁੱਕੇ ਹੋ? ਅਸੀਂ ਵੀਰ ਜੀ ਜੇ ਗੱਲ ਕਰਦੇ ਹਾਂ ਵਿਕਾਸ ਦੀ, ਸਾਡੇ ਕੋਲ ਜਿਹੜਾ ਪਹਿਲੀ ਪੰਚਾਇਤ ਨੇ ਛੱਡਿਆ ਸੀਗਾ ਉਹ ਕੋਈ 7-8 ਲੱਖ ਰੁਪਇਆ ਸੀਗਾ ਸਾਡੇ ਅਕਾਊਂਟ ਦੇ ਵਿੱਚ ਜੋ ਸਾਨੂੰ ਮਿਲਿਆ ਸੀਗਾ। ਤੇ ਉਸ ਤੋਂ ਬਾਅਦ ਹੁਣ ਤੱਕ 2-2.5 ਸਾਲ ਦੇ ਵਿੱਚ ਸਾਨੂੰ ਸਿਰਫ ਪੰਜਾਬ ਸਰਕਾਰ ਵੱਲੋਂ 7 ਲੱਖ ਤੇ 19 ਹਜ਼ਾਰ ਰੁਪਇਆ ਮਿਲਿਆ। ਔਰ ਜਿਹੜੀ ਗੱਲ ਕਰਦੇ ਹਾਂ ਆਪਾਂ 14ਵੇਂ ਵਿੱਤ ਕਮਿਸ਼ਨ ਦੀ, ਉਹ ਲਗਾ ਕੇ ਔਰ ਇਸ ਪੰਜਾਬ ਸਰਕਾਰ ਦੇ ਪੈਸੇ ਨੂੰ ਲਗਾ ਕੇ, ਔਰ ਜਿਹੜੀ ਸ਼ਾਮਲਾਟ ਦੀ ਜ਼ਮੀਨ ਦੀ ਜਿੰਨੀ ਵੀ ਬੋਲੀ ਹੋਈ ਹੈ 3 ਸਾਲਾਂ ਦੇ ਵਿੱਚ, ਇਹ ਲਗਾ ਕੇ ਸਾਡੇ ਕੋਲ ਹੁਣ 36-37 ਲੱਖ ਰੁਪਈਆ ਜਿਹੜਾ 3 ਸਾਲਾਂ 'ਚ ਇਕੱਠਾ ਹੋਇਆ ਸੀਗਾ। ਪਰ ਜੇ ਤੁਸੀਂ ਪਿੰਡ ਦਾ ਮਤਲਬ ਦੇਖੋਗੇ ਤਾਂ ਇੱਥੇ 65 ਲੱਖ ਪਲੱਸ ਰੁਪਈਆ ਜਿਹੜਾ ਉਹ ਲੱਗਾ ਹੋਇਆ, ਕਿਉਂਕਿ ਕਾਫੀ ਕੰਮ ਨੇ ਜਿਹੜੇ ਅਸੀਂ ਨਰੇਗਾ ਦੇ ਵਿੱਚੋਂ ਕਰਵਾਏ ਨੇ। ਤੇ ਨਰੇਗਾ ਦਾ ਜਿਹੜਾ ਪੈਸਾ ਉਹ ਸਰਕਾਰ ਵੱਲੋਂ ਹਜੇ ਦਿੱਤਾ ਨਹੀਂ ਗਿਆ, ਤੇ ਉਹ ਉੱਥੇ ਦਾ ਉੱਥੇ ਹੀ ਖੜਾ ਹੈ। ਕਦੀ ਕੋਈ ਹੜਤਾਲ ਹੋ ਜਾਂਦੀ ਹੈ ਜਾਂ ਉਹਦਾ ਕੋਈ ਫਿਕਸ ਟਾਈਮ ਨਹੀਂ ਹੈਗਾ। ਸੋ ਇਹ ਵੀ ਇੱਕ ਚੀਜ਼ ਹੈ ਜਿਹੜੀ ਉਹ ਡਿਵੈਲਪਮੈਂਟ ਨੂੰ ਧੱਕਾ ਲਾਉਂਦੀ ਹੈ। ਕਈ ਸਰਪੰਚ ਨੇ ਜਿਹੜੇ ਕੁਛ ਹੱਥ ਜਿਨ੍ਹਾਂ ਦਾ ਨਹੀਂ ਇੰਨਾ ਸੌਖਾ ਹੈਗਾ, ਉਹ ਇਹ ਰਿਸਕ ਹੀ ਨਹੀਂ ਚੱਕਦੇ ਵਿਕਾਸ ਕਰਨ ਦਾ। ਜੇਕਰ ਚਲੋ ਪੰਜਾਬ ਸਰਕਾਰ ਦਾ ਕੋਈ ਮੰਦੀ ਦਾ ਦੌਰ ਚੱਲਦਾ ਸੀਗਾ ਤਾਂ ਸੈਂਟਰ ਵੱਲੋਂ ਪੈਸੇ ਨੇ ਬਾਂਹ ਫੜੀ ਹੈ, ਜਾਂ ਨਰੇਗੇ ਦੇ ਜ਼ਰੀਏ ਵੀ ਅਸੀਂ ਵਿਕਾਸ ਕਰਾ ਸਕਦੇ ਸੀਗੇ। ਪਰ ਉਹ ਕੁਝ ਸਰਪੰਚ ਵਿਚਾਰੇ ਇਸ ਗੱਲ ਨੂੰ ਡਰ ਜਾਂਦੇ ਆ ਕਿ ਜੇ ਅੱਜ ਮੈਂ ਚੱਕੂੰਗਾ ਕੱਲ੍ਹ ਨੂੰ ਸਰਕਾਰ ਪੈਸਾ ਦੇਵੇ ਨਾ, ਜਾਂ ਨਰੇਗਾ ਪੈਸਾ ਸਮੇਂ ਸਿਰ ਨਾ ਦੇਵੇ, ਮੈਨੂੰ ਨਾ ਭਰਨਾ ਪੈ ਜਾਵੇ। ਸੋ ਕਹਿਣ ਦਾ ਭਾਵ ਤੁਹਾਡੇ ਪਿੰਡ ਦੇ ਲੋਕ ਇਹ ਕਹਿੰਦੇ ਨੇ ਵੀ ਇਨਕੇ ਸਰਪੰਚ ਸਾਹਿਬ ਨੇ ਪੱਲੋਂ ਪੈਸੇ ਲਾਏ ਨੇ। ਪੈਸੇ ਤਾਂ ਜੀ ਵੇਖੋ ਪੱਲਿਓਂ ਲੱਗੇ ਨੇ, ਪਰ ਲਵਾਉਂਦਾ ਉਹ ਵਾਹਿਗੁਰੂ ਹੀ ਹੈ। ਜੇਕਰ ਉਹ ਦਊਗਾ ਨਹੀਂਗਾ ਤੇ ਲੱਗਣਗੇ ਕਿਵੇਂ? ਸੋ ਸਾਰੇ ਮੇਰੇ ਪੰਚਾਇਤ ਮੈਂਬਰਸ ਦਾ ਇਹਦੇ ਵਿੱਚ ਹੱਥ ਹੈ, ਕਿਉਂਕਿ ਸਾਡੀ ਜਿੱਦਣ ਗੱਲ ਹੋਈ ਸੀਗੀ ਉਦਣ ਹੀ ਹੋਈ ਸੀ ਵੀ ਆਪਾਂ ਸਾਰਾ ਕੰਮ ਕਰਾਂਗੇ ਔਰ ਐਂਡ ਤੱਕ ਆਪਾਂ ਸਾਰੇ ਇਹਦੇ ਜ਼ਿੰਮੇਵਾਰ ਵੀ ਹਾਂ ਨਾ। ਕਿਉਂਕਿ ਮੈਨੂੰ 2.5 ਸਾਲ ਪੌਣੇ 3 ਸਾਲ ਹੋ ਗਏ ਆ, ਕੋਈ ਦਿੱਕਤ ਨਹੀਂ ਆਈ ਮੈਂ ਐਵੇਂ ਕਹਿ ਦੇਵਾਂ ਕਿਸੇ ਕਾਰਵਾਈ ਤੋਂ ਹੈ ਨਾ। ਸੋ ਪਿੰਡ ਦਾ ਜਿਹੜਾ ਕੰਮ ਹੈ ਉਹ ਨਿਰਵਿਘਨ ਚੱਲਿਆ, ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਔਰ ਕਿਸੇ ਵੀ ਮੈਂਬਰ ਨੇ ਮਤਲਬ ਆਨਾਕਾਨੀ ਜਾਂ ਕਿਸੇ ਵੀ ਮਤੇ ਤੋਂ ਮਤਲਬ ਨਹੀਂ ਕਿਹਾ ਹੈ ਨਾ। ਹਰ ਕਿਸੇ ਨੇ ਚੰਗਾ ਸੁਝਾਅ ਹੀ ਦਿੱਤਾ। ਔਰ ਪਹਿਲਾਂ ਇੱਕ ਜਿਹੜੀ ਪਹਿਲ ਇਹਨਾਂ ਵੱਲੋਂ ਪਾਈ ਗਈ ਆ ਉਹ ਇਹ ਹੈ ਵੀ ਇਹਨਾਂ ਨੇ ਕਿਹਾ ਕਿ ਪਹਿਲਾਂ ਆਪਾਂ ਉਹਨਾਂ ਦਾ ਕਰ ਲਈਏ। ਸੋ ਇਹ ਬੜੀ ਵੱਡੀ ਸਾਰੀ ਗੱਲ ਹੁੰਦੀ ਹੈ ਪਿੰਡ ਦੇ ਵਿੱਚ। ਨਹੀਂ ਤਾਂ ਹਰ ਕੋਈ ਕਹਿੰਦਾ ਜੀ ਮੇਰਾ ਕਰੋ, ਪਤਾ ਨਹੀਂ ਬਾਅਦ 'ਚੋਂ ਮੈਨੂੰ ਮਿਲੇਗਾ ਕਿ ਨਹੀਂ ਮਿਲੇਗਾ। ਸੋ ਇਹ ਚੀਜ਼ ਨੇ ਵੀ ਸਾਨੂੰ ਅੱਗੇ ਦੇ ਲਈ ਪੈਰ ਪੱਟਿਆ ਸਾਡਾ। ਤੇ ਇਹਨਾਂ ਜਿਹੜੇ ਅਸੀਂ ਬਾਹਰ ਗਏ ਹੋਏ ਆ, ਜਿਹੜੇ ਬਾਹਰੋਂ ਅਸੀਂ ਸਮਾਨ ਚੱਕਿਆ, ਸੋ ਉਹਦੇ ਵਿੱਚ ਮੈਂਬਰ ਸਾਹਿਬਾਨ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਨਾ। ਸੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਪੈਸਾ ਲਾਇਆ, ਤੇ ਸਾਨੂੰ ਉਮੀਦ ਹੈ ਕਿ ਉਹ ਪੈਸਾ ਸਾਨੂੰ ਮਿਲ ਵੀ ਜਾਣਾ। ਚਲੋ ਲੇਟ ਮਿਲ ਜਾਏਗਾ, ਜੇ ਸਾਡੀ ਜੇਬ 'ਚੋਂ ਵੀ ਲੱਗ ਕੇ ਵੀ ਅਸੀਂ ਇਸ ਪਿੰਡ ਦਾ ਵਿਕਾਸ ਕਰ ਸਕਦੇ ਹਾਂ ਤਾਂ ਅਸੀਂ ਸਮਝਾਂਗੇ ਉਹ ਸਾਡਾ ਕਿਤੇ ਨਾ ਕਿਤੇ ਦਿੱਤਾ ਦਾਨ ਹੀ ਹੈ ਜੋ ਲੋਕਾਂ ਦੇ ਕੰਮ ਆ ਗਿਆ। ਹੁਣ ਤੁਸੀਂ ਪਿੰਡ ਵਿੱਚ ਕੀ ਵਿਕਾਸ ਕੀਤਾ? ਅਸੀਂ ਵੀਰ ਜੀ ਜਿਹੜੀ ਸਭ ਤੋਂ ਪਹਿਲਾਂ ਚੀਜ਼ ਅਸੀਂ ਲੈ ਕੇ ਚੱਲੇ ਸੀ, ਜਿਹਨੂੰ ਅਸੀਂ ਸਾਰੇ ਹੀ ਮਹਿਸੂਸ ਵੀ ਕਰਦੇ ਹਾਂ ਔਰ ਜਿੱਥੋਂ ਅਸੀਂ ਸ਼ਾਇਦ ਕਿਸੇ ਨਾ ਕਿਸੇ ਗੱਲੋਂ ਤੰਗ ਵੀ ਹਾਂ, ਉਹ ਸੀਗਾ ਗਲੀਆਂ ਨਾਲੀਆਂ ਦਾ, ਜਿੱਥੋਂ ਕਿ ਮੇਨ ਆਪਾਂ ਲੰਘਣਾ ਵੀ ਹੁੰਦਾ ਔਰ ਨਾਲੀਆਂ ਦੇ ਵਿੱਚੋਂ ਸਾਡਾ ਰੋਜ਼ਾਨਾ ਦੀ ਜ਼ਿੰਦਗੀ ਦੇ ਨਾਲ ਜੁੜਿਆ ਜਿਹੜਾ ਪਾਣੀ ਦਾ ਸਬੰਧ ਹੈ ਬਹੁਤ ਡੂੰਘਾ। ਸੋ ਇੱਥੇ ਨਾਲੀਆਂ ਦੀ ਇੰਨੀ ਬੱਤਰ ਹਾਲਤ ਸੀਗੀ ਵੀ ਉਹ ਨਾਲ ਦੀਆਂ ਕੰਧਾਂ ਦੀਆਂ ਨੀਹਾਂ ਨੇ ਜਿਹੜੀਆਂ ਉਹ ਬੈਠ ਚੁੱਕੀਆਂ ਸਨ। ਸੋ ਅਸੀਂ ਸਲਾਹ ਕਰਕੇ, ਮੇਰੇ ਤੋਂ ਵੱਡੇ ਐਡਵੋਕੇਟ ਸਾਹਿਬ ਨੇ, ਵਕੀਲ ਸਾਹਿਬ, ਸੋ ਉਹਨਾਂ ਨਾਲ ਗੱਲਬਾਤ ਕੀਤੀ ਤੇ ਸਾਰੇ ਪੰਚਾਇਤ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਫਿਰ ਅਸੀਂ ਇੱਥੇ ਪਲਾਸਟਿਕ ਦੀ ਜਿਹੜੀ ਪਾਈਪ ਹੈ ਦੋਨਾਂ ਸਾਈਡਾਂ 'ਤੇ ਅਸੀਂ ਉਹਨੂੰ ਸੀਵਰੇਜ ਦੇ ਤੌਰ 'ਤੇ ਪਾਉਣ ਦੀ ਗੱਲ ਕੀਤੀ। ਉਹਨਾਂ ਨੂੰ ਦੋਨਾਂ ਦੇ 8-8 ਇੰਚੀ ਜਿਹੜਾ ਪਾਈਪ ਹੈ ਉਹ ਸਾਡੇ ਸੜਕ ਦੇ ਦੋਨਾਂ ਸਾਈਡਾਂ 'ਤੇ ਜਿੱਥੇ ਨਾਲੀਆਂ ਚੱਲਦੀਆਂ ਸੀਗੀਆਂ, ਤੇ ਉਹ ਵਿੱਚ ਜੀ ਇਹ ਦਿੱਕਤਾਂ ਵੀ ਆਈਆਂ ਜਾਂ ਲੋਕਾਂ ਦਾ ਇਹ ਸੋਚਣਾ ਸੀ ਵੀ ਸ਼ਾਇਦ ਇਹ ਬੰਦ ਹੋ ਜਾਣਗੇ, ਪਰ ਉਹਨਾਂ ਨੂੰ ਕਿਹਾ ਵੀ ਇਹ ਬੰਦ ਨਹੀਂ ਹੋਊਗਾ ਕਿਉਂਕਿ ਉਹ ਜਿਹੜਾ ਪਾਈਪ ਹੈ ਉਹ ਵੱਧ ਤੋਂ ਵੱਧ 20 ਤੋਂ 30 ਫੁੱਟ ਲੰਬਾ ਹੈ। ਉਸ ਤੋਂ ਬਾਅਦ ਉਹਨੂੰ ਹੌਦ ਦਿੱਤੀ ਹੋਈ ਹੈ। ਅਗਰ ਕੋਈ ਪੋਰਸ਼ਨ ਬੰਦ ਹੁੰਦਾ ਤਾਂ ਅਸੀਂ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਸਾਫ਼ ਕਰ ਸਕਦੇ ਹਾਂ, ਕਿਸੇ ਵੀ ਮਤਲਬ ਜਰੀਏ ਸਰੀਏ ਨਾਲ ਜਾਂ ਕਿਸੇ ਨਾਲ ਉਹਨੂੰ ਅਸੀਂ ਸਾਫ਼ ਕਰ ਸਕਦੇ ਹਾਂ।
ਔਰ ਸਾਡਾ ਇਹ ਪਾਉਣ ਦਾ ਇੱਥੇ ਸੀਗਾ ਕਿਉਂਕਿ ਮੋਸਟ ਆਫ ਦਾ ਟਾਈਮ ਜਿਹੜੀ ਪਿੰਡਾਂ ਦੇ ਵਿੱਚ ਵੱਡੇ ਸੀਵਰੇਜਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਮੈਂ ਸੋਚਦਾ ਬਾਹਰਲੇ ਮੁਲਕ ਦਾ ਔਰ ਸਾਡੇ ਮੁਲਕ ਦਾ ਕੀ ਫ਼ਰਕ ਹੈ, ਅਸੀਂ ਅਜੇ ਇੰਨੇ ਅਵੇਅਰ ਨਹੀਂ ਹੈਗੇ ਕਿ ਸਾਨੂੰ ਚੀਜ਼ ਨੂੰ ਅਸੀਂ ਬਣਾ ਤਾਂ ਲੈਂਦੇ ਹਾਂ ਪਰ ਉਹਨੂੰ ਅਸੀਂ ਵਰਤਣਾ ਨਹੀਂ ਜਾਣਦੇ। ਕਿਉਂਕਿ ਜਿਹੜੀ ਸੈਂਟਰ ਵਾਲੀ ਸੀਵਰੇਜ ਹੈ ਉਹਦੇ ਵਿੱਚ ਸਾਡੀ ਟੋਇਲਟ ਦਾ ਜਿਹੜਾ ਲਿੰਕ ਹੈ ਉਹ ਸਿੱਧਾ ਹੁੰਦਾ, ਉਹਦੇ ਵਿੱਚ ਅਸੀਂ ਮਤਲਬ ਗਲਤ ਜਿਹੜੀਆਂ ਚੀਜ਼ਾਂ ਨੇ ਉਹ ਜਾਂ ਹੋਰ ਕੁਝ ਚੀਜ਼ਾਂ ਜਿਹੜੀਆਂ ਉਹਨੂੰ ਬਲੌਕ ਕਰਦੀਆਂ ਨੇ ਉਹ ਸੁੱਟਦੇ ਹਾਂ। ਸੋ ਅਸੀਂ ਨਹੀਂ ਇਸ ਪਾਸੇ ਗਏ, ਅਸੀਂ ਸੜਕ ਦੇ ਦੋਨਾਂ ਸਾਈਡਾਂ ਦੇ ਪਾਈਪ ਪਾ ਕੇ ਨਾਲੀ ਬਣਾਈ ਹੈ ਔਰ ਜਿੱਥੇ ਘਰ ਦਾ ਪਾਣੀ ਡਿੱਗਦਾ ਉੱਥੇ ਹੌਦ ਬਣਾਈ ਹੈ। ਅਗਰ ਕੋਈ ਅੰਦਰੋਂ ਚੀਜ਼ ਆਉਂਦੀ ਵੀ ਹੈ, ਕੋਈ ਲਿਫਾਫਾ ਆਉਂਦਾ ਜਾਂ ਕੋਈ ਹੋਰ ਸਮੱਗਰੀ ਆਉਂਦੀ ਹੈ ਤਾਂ ਉੱਥੇ ਹੀ ਖੜ ਜਾਂਦੀ ਹੈ, ਉੱਥੇ ਜਾਲੀਆਂ ਲੱਗੀਆਂ ਹੋਈਆਂ ਨੇ। ਸੋ ਉਹਦੇ ਬੰਦ ਹੋਣ ਦਾ ਵੀ ਕੋਈ ਸਵਾਲ ਨਹੀਂ ਪੈਦਾ ਹੁੰਦਾ। ਔਰ ਵੱਡੀ ਗੱਲ ਕਿ ਇਹ ਬਹੁਤ ਘੱਟ ਖਰਚੇ ਦੇ ਵਿੱਚ ਅਸੀਂ ਇਹ ਜਿਹੜੀ ਚੀਜ਼ ਹੈ ਉਹ ਸਿਰੇ ਚਾੜੀ ਹੈ, ਕਿਉਂਕਿ ਉਹਦਾ ਜੇ ਤੁਸੀਂ ਇਹਦੇ ਤੇ 10 ਲੱਖ ਲੱਗਿਆ ਤਾਂ ਉਹਦੇ ਤੇ ਘੱਟੋ ਘੱਟ 80 ਲੱਖ ਲੱਗਣਾ ਸੀਗਾ। ਤੁਸੀਂ ਹੁਣ ਸਰਪੰਚਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪਿੰਡਾਂ ਦੇ ਵਿੱਚ? ਮੈਂ ਸਾਰੇ ਆਪਣੇ ਸਰਪੰਚ ਸਾਹਿਬ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਸੇਵਾ ਤੁਹਾਨੂੰ ਪਰਮਾਤਮਾ ਵੱਲੋਂ ਮਿਲੀ ਹੈ, ਇਹ ਤੁਹਾਨੂੰ ਕਿਸੇ ਲੀਡਰ ਨੇ ਨਹੀਂ ਦਿੱਤੀ, ਇਹ ਤੁਹਾਡੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਤਾਂ ਤੁਹਾਨੂੰ ਮਿਲੀ ਹੈ। ਕਿਉਂਕਿ ਰਾਜਨੀਤੀ ਇਸ ਤਰ੍ਹਾਂ ਦੀ ਹੋ ਗਈ ਹੈ ਪੰਜਾਬ ਦੀ, ਕਰਦਾ ਕੋਈ ਹੈ ਸਿਰਾ ਕੋਈ ਖੱਟਦਾ, ਇਸ ਤਰ੍ਹਾਂ ਨਹੀਂ ਹੈਗਾ। ਪਰ ਸਰਪੰਚਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਲੋਕ ਨਾ ਤਾਂ ਕੋਈ ਲੀਡਰ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਆ ਕੇ ਮਤਲਬ ਉਹਨਾਂ ਦੇ ਲਈ ਪ੍ਰਚਾਰ ਕਰਕੇ ਗਿਆ, ਜੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਤੇ ਉਹ ਲੋਕਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ, ਉਹਨਾਂ ਦਾ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕਰਨ। ਜੇ ਕਿਸੇ ਨੇ ਵੋਟ ਨਹੀਂ ਵੀ ਪਾਈ ਤਾਂ ਤੁਸੀਂ ਇਹ ਨਾ ਸੋਚੋ ਵੀ ਇਹਨੇ ਮੈਨੂੰ ਮੁੜ ਕੇ ਵੀ ਨਹੀਂ ਪਾਉਣੀ, ਜੇ ਤੁਸੀਂ ਉਹਦਾ ਚੰਗਾ ਕਰੋਗੇ ਤਾਂ ਪਰਮਾਤਮਾ ਕਹਿੰਦਾ ਕਿ ਜੈਸਾ ਕਰੋ ਵੈਸਾ ਹੋਏਗਾ। ਸੋ ਚੰਗੀ ਗੱਲ ਹੈ ਕਿ ਚੰਗੀ ਸੋਚ ਲੈ ਕੇ ਹੀ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਕਰਨਾ ਚਾਹੀਦਾ, ਜਿੰਨਾ ਵੱਧ ਤੋਂ ਵੱਧ ਕਰਨਾ ਚਾਹੀਦਾ। ਜੇ ਕਿਸੇ ਨੂੰ ਕੋਈ ਕਈ ਵਾਰੀ ਕੋਈ ਜਾਣਕਾਰੀ ਨਹੀਂ ਹੁੰਦੀ ਹੈ ਨਾ, ਮੈਂ ਆਪਣੇ ਬਲਾਕ ਦੇ ਮਤਲਬ ਪਿੰਡਾਂ ਨੂੰ ਜਾਂ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾਂਦੀ ਜਾਂ ਜਿੱਥੋਂ ਤੱਕ ਅਸੀਂ ਕਿਸੇ ਦੇ ਕੰਮ ਆ ਸਕਦੇ ਹਾਂ ਤਾਂ ਅਸੀਂ ਜਾ ਕੇ ਵੀ ਉਹਨੂੰ ਕਵਾਂਗੇ ਵੀ ਆਹ ਤਰੀਕਾ ਹੈ, ਆਪਾਂ ਤਰੀਕਾ ਲੈ ਕੇ ਚੱਲ ਸਕਦੇ ਹਾਂ ਤਾਂ ਇਹਦੇ ਨਾਲ ਹਾਲਾਤਾਂ ਨੂੰ ਜਿਹੜਾ ਬਦਲਿਆ ਜਾ ਸਕਦਾ। ਇੱਕ ਗੱਲ ਮੈਂ ਹੋਰ ਤੁਹਾਡੇ ਮੀਡੀਅਮ ਦੇ ਜ਼ਰੀਏ ਕਹਿਣਾ ਚਾਹੂੰਗਾ ਕਿ ਕਿਉਂਕਿ ਮੀਡੀਆ ਬਹੁਤ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਅਹਿਮ ਰੋਲ ਨਿਭਾਉਂਦਾ। ਸੋ ਚੰਗੀਆਂ ਗੱਲਾਂ ਹਮੇਸ਼ਾ ਹੀ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ, ਕਿਉਂਕਿ ਹਰ ਬੰਦਾ ਅੱਜ ਕੱਲ੍ਹ ਮੀਡੀਆ ਦੇ ਨਾਲ ਜੁੜਿਆ ਹੋਇਆ। ਚੰਗੀ ਮਾੜੀ ਖਬਰ ਮੇਰੇ ਹਿਸਾਬ ਨਾਲ 10-15 ਮਿੰਟ ਨਹੀਂ ਤਾਂ ਘੰਟੇ ਡੇਢ ਘੰਟੇ ਮਗਰੋਂ ਬੰਦੇ ਨੂੰ ਮਿਲ ਜਾਂਦੀ, ਜੋ ਪਹਿਲੇ ਸਮਿਆਂ ਦੇ ਵਿੱਚ ਦਿਨਾਂ ਦੇ ਹਿਸਾਬ ਨਾਲ ਮਿਲਦੀ ਸੀ। ਸੋ ਚੰਗੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਕਿ ਜਿਹੜੇ ਵੀ ਪ੍ਰੈਸ ਰਿਪੋਰਟਰਸ ਨੇ ਜਾਂ ਜਿਹੜੇ ਟੀਵੀ ਚੈਨਲਸ ਨੇ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ। ਕਿੰਨਾ ਕੁ ਟਾਈਮ ਆਪਾਂ ਇਹੋ ਜਿਹੀਆਂ ਗੱਲਾਂ ਹੋਰ ਆਪਣੇ ਮੁਲਕ ਦੇ ਵਿੱਚ ਕਰਦੇ ਰਵਾਂਗੇ ਜਿਹੜੀਆਂ ਮੁਲਕ ਨੂੰ ਪਿੱਛੇ ਲੈ ਕੇ ਜਾਣ। ਸੋ ਚੰਗੀਆਂ ਚੀਜ਼ਾਂ ਦਾ ਹਮੇਸ਼ਾ ਸਾਥ ਦਿਓ, ਲੋਕਾਂ ਨੂੰ ਵੀ ਦੇਣਾ ਚਾਹੀਦਾ। ਸਾਡਾ ਵੀ ਸਭ ਦਾ ਫਰਜ਼ ਬਣਦਾ ਕਿ ਅਸੀਂ ਅਗਾਂਹ ਵਧੀਏ, ਨਾ ਕਿ ਅਸੀਂ ਪਿੱਛੇ ਜਾਈਏ। ਪਰ ਹੋਇਆ ਇਹੀ ਹੈ ਕਿ ਅਸੀਂ 70 ਸਾਲ ਗੁਜ਼ਾਰੇ ਜ਼ਰੂਰ ਨੇ ਪਰ ਅਸੀਂ ਸ਼ਾਇਦ 170 ਸਾਲ ਉਹਨਾਂ ਮੁਲਕਾਂ ਨਾਲੋਂ ਪਿੱਛੇ ਹਾਂ। ਬਦਕਿਸਮਤੀ ਕੀ ਹੈ ਕਿ ਇੰਨੇ ਮਿਹਨਤੀ ਲੋਕ, ਮੈਂ 10 ਸਾਲ ਬਾਹਰ ਰਿਹਾ, ਜਿੰਨੇ ਮਿਹਨਤੀ ਲੋਕ ਇੰਡੀਆ ਦੇ ਵਿੱਚ ਨੇ ਵਰਲਡ ਦੇ ਵਿੱਚ ਕਿਤੇ ਨਹੀਂ ਹੈਗੇ। ਵਰਲਡ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਣਗੇ। ਬਿਨਾਂ ਇੰਨਾ ਮਾੜਾ ਹਾਲ ਹੋਣ ਦੇ ਬਾਵਜੂਦ ਵੀ ਲੋਕ ਆਪਣੀ ਰੋਜੀ ਰੋਟੀ ਕਮਾ ਰਹੇ ਨੇ, ਲੋਕ ਆਪਣਾ ਗੁਜ਼ਾਰਾ ਕਰ ਰਹੇ ਨੇ। ਤੁਸੀਂ ਬਾਹਰ ਜਾ ਕੇ ਦੇਖੋ ਤਾਂ ਤੁਹਾਨੂੰ ਟੋਟਲੀ ਡਿਫਰੈਂਟ ਥਿੰਗ ਨਜ਼ਰ ਆਊਗੀ। ਸਰਕਾਰਾਂ ਉੱਥੇ ਬਹੁਤ ਕੁਝ ਲੋਕਾਂ ਦਾ ਚਲਾਉਂਦੀਆਂ, ਪਰ ਇੱਥੇ ਸਰਕਾਰਾਂ ਨੂੰ ਚਾਹੀਦਾ ਕਿ ਇਸ ਚੰਗੀ ਚੀਜ਼ ਨੂੰ ਚੰਗੇ ਪਾਸੇ ਲਾਵੇ, ਨਾ ਕਿ ਉਹਨਾਂ ਨੂੰ ਇੰਨਾ ਮਜਬੂਰ ਕਰ ਦੇਵੇ ਕਿ ਉਹ ਆਪਣਾ ਇੱਥੋਂ ਬਸਤਾ ਚੱਕ ਕੇ ਬਾਹਰ ਲੈ ਜਾਣ। ਔਰ ਜਿਹੜੇ ਇੰਨੇ ਇੰਟੈਲੀਜੈਂਟ ਸਾਡੇ ਬੱਚੇ ਨੇ ਉਹ ਬਾਹਰ ਲਾ ਕੇ ਆਪਣਾ ਦਿਮਾਗ ਲਾਉਣ ਔਰ ਉਹਨਾਂ ਮੁਲਕਾਂ ਦੀ ਤਰੱਕੀ ਕਰਨ। ਚਾਹੀਦਾ ਤਾਂ ਇਹ ਹੈ ਕਿ ਉਹਨਾਂ ਨੂੰ ਇੱਥੇ ਹੀ ਉਹਨਾਂ ਦਾ ਜਿਹੜਾ ਦਿਮਾਗ ਹੈ ਇੱਥੇ ਸਰਕਾਰ ਨੂੰ ਵਰਤਣਾ ਚਾਹੀਦਾ।